ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਗੁਰਮੁਖਾਂ 15 ਮਿੰਟ ਦਾ ਟਾਈਮ ਹੋਰ ਦਿੱਤਾ ਹੈ। ਚਲੋ ਮੈਨੂੰ ਵੀ ਸੀ ਮੁਕੰਮਲ ਹੋ ਜਾਏ ਗੱਲ। ਅੱਜ 8ਵੇਂ ਗੁਰਦੇਵ ਜੀ ਪ੍ਰਭ ਪੁਰਪਿਆਨਾ ਕੀਤਾ ਸੀ ਤੇ 9ਵੇਂ ਗੁਰਦੇਵ ਜਿਨ੍ਹਾਂ ਦਾ ਆਪਾਂ ਸਾਰੇ ਰੋਜ਼ ਜਿਨ੍ਹਾਂ ਦੀਆਂ ਸਿਫਤਾਂ ਕਰ ਰਹੇ ਹਾਂ, ਉਹ ਅੱਜ ਦੇ ਦਿਨ ਉਹਨਾਂ ਲਈ ਗੁਰਗੱਦੀ ਦਾ ਬਚਨ ਕੀਤਾ ਸੀ। ਪਰ ਰਸਮਾਂ ਅਦਾ ਹੁੰਦੀਆਂ ਨੇ ਅਗਸਤ ਵਿੱਚ, ਅਕਤੂਬਰ ਵਿੱਚ ਆਉਂਦਾ ਫਿਰ ਭਾਈ ਮੱਖਣ ਸ਼ਾਹ ਲੁਬਾਣਾ ਬਚਨ ਉਦਣ ਹੀ ਹੋ ਗਿਆ ਦਿੱਲੀ। ਥੋੜਾ ਜਿਹਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਾਰੇ ਮੈਂ ਆਪ ਨੂੰ ਬੇਨਤੀ ਕਰਨੀ ਹੈ, ਕਿਉਂਕਿ ਅਨਮਤ ਦੇ ਕਈ ਵਿਦਵਾਨ ਭਟਕ ਗਏ ਸਨ। ਜਦੋਂ ਗੁਰੂ ਹਰਕ੍ਰਿਸ਼ਨ ਅਨਮਤ ਕਹਿ ਰਹੇ ਵੀ ਸਿੱਖ ਤਾਂ ਭਟਕ ਗਏ ਨੇ, ਜੇ ਤਾਂ ਬੱਚੇ ਦੀ ਗੱਲ ਕਰ ਰਹੇ ਆ। ਮੈਂ ਆਪ ਨੂੰ ਸਵੇਰੇ ਵੀ ਇੱਕ ਅਰਜ਼ ਕੀਤੀ ਸੀ ਕਥਾ 'ਚ, ਇਸ ਘਰ ਵਿੱਚ ਕਿਸੇ ਚਲਾਕੀ, ਕਿਸੇ ਸਿਆਣਪ ਤੇ ਕਿਸੇ ਰਾਜੇ ਦੇ ਦਖਲ ਨਾਲ ਗੱਦੀ ਨਹੀਂ ਮਿਲਦੀ। ਇਸ ਘਰ ਵਿੱਚ ਪੁੱਤਰਾਂ ਦਾ ਮੋਹ ਤੇ ਖੂਨ ਦਾ ਰਿਸ਼ਤਾ ਵੀ ਇੱਕ ਪਾਸੇ ਛੱਡ ਦਿੱਤਾ ਜਾਂਦਾ ਹੈ। ਜਿਨ੍ਹਾਂ ਨੂੰ ਗੱਦੀ ਮਿਲਦੀ ਹੈ ਉਹਨਾਂ ਦੇ ਨਾਮ ਤੇ ਧੁਰ ਰੱਬ ਦੇ ਘਰ ਵਿੱਚ ਉਹ ਹੁੰਡੀ ਲਿਖੀ ਹੈ। ਹੁੰਡੀ ਸ਼ਬਦ ਸੀ ਪੁਰਾਣਾ ਜੀ, ਹੈ ਨਾ। ਇਹ ਜਿਵੇਂ ਅੱਜ ਕੱਲ੍ਹ ਚੈੱਕ ਨਹੀਂ ਹੁੰਦੇ ਜੀ, ਕੁਝ ਮੇਰਾ ਖਿਆਲ ਹੈ ਕੁਝ ਚੈੱਕ ਹੋਣਗੇ ਜਿਹੜੇ ਬੰਦਾ ਖੁਦ ਹੀ ਕੈਸ਼ ਕਰਾ ਸਕਦਾ ਹੋਣਾ, ਐਸੇ ਵੀ ਹੋਣਗੇ ਨਾ ਜਿੱਥੇ ਨਾਂ ਲਿਖਿਆ ਹੋਵੇ। ਖੁੰਡੀ ਦਾ ਅਰਥ ਹੁੰਦਾ ਸੀ ਵੀ ਕਿਸੇ ਤੋਂ ਪੈਸੇ ਦੇ ਦੇਣੇ, ਅੱਗੋਂ ਜਾ ਕੇ ਲੈਣੇ, ਤੇ ਜਿਹਦਾ ਜਿਵੇਂ ਮੰਨ ਲਓ ਤੁਸੀਂ ਇੱਥੋਂ ਮਾਇਆ ਭੇਜ ਦਿਓ, ਜਿਹਦੇ ਨਾਂ ਦੀ ਭੇਜੋ ਉਹ ਕਹਿਣਗੇ ਆਈਡੀ ਲਿਆ। ਇਹ ਅੱਜ ਦੇ ਅਰਥ ਹੋ ਜਾਣਗੇ। ਉਸ ਵਕਤ ਖੁੰਡੀ ਉਸੇ ਨੂੰ ਤਾਰੀ ਜਾਂਦੀ ਸੀ ਜਿਹਦੇ ਨਾਂ ਤੇ ਹੁੰਦੀ ਸੀ, ਭਾਵੇਂ ਘਰ ਪਿਓ ਹੋਵੇ, ਪੁੱਤਰ ਹੋਵੇ, ਮਾਂ ਹੋਵੇ। ਅਗਲੇ ਕਹਿੰਦੇ ਸਨ ਹੁੰਡੀ ਕੈਸ਼ ਕਰਕੇ ਦੇਣ ਵਾਲੇ ਉਹਨੂੰ ਸੱਦੋ ਜਿਹਦੇ ਨਾਂ ਤੇ ਕਹੇ। ਜਿਹੜੀ ਗੁਰਗੱਦੀ ਹੈ ਨਾ ਜੀ, ਇਹ ਰੱਬ ਦੇ ਘਰ ਵਿੱਚੋਂ ਜਿਹਦੇ ਨਾਂ ਤੇ ਹੁੰਡੀ ਲਿਖੀ ਹੈ ਉਹਨੂੰ ਮਿਲਣੀ ਹੈ। ਇਹ ਹੋਰ ਕਿਸੇ ਨੂੰ ਨਹੀਂ ਮਿਲਣੀ, ਭਾਵੇਂ ਸੱਕਾ ਭਰਾ ਵੀ ਕੋਲ ਹੋਵੇ, ਪੁੱਤਰ ਵੀ ਕੋਲ ਹੋਵੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਆਗਮਨ ਥੋੜਾ ਜਿਹਾ ਸਿਰ ਪਿਛੋਕੜ ਚੱਲਾਂਗਾ, ਜ਼ਿਆਦਾ ਨਹੀਂ, ਕਿਉਂਕਿ ਇੱਕ ਸ਼ਬਦ ਦੀ ਵਿਆਖਿਆ ਜ਼ਰੂਰੀ ਹੈ। ਅੱਜ ਬਾਬਾ ਬਕਾਲਾ ਅਸੀਂ ਕਈ ਵਾਰੀ ਵੈਸੇ ਵਿਚਾਰੇ, ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਪਿਤਾ ਦਾ ਨਾਮ ਹੈ ਬਾਬਾ ਹਰੀਦਾਸ ਜੀ, ਮਾਤਾ ਜੀ ਦਾ ਨਾਮ ਹੈ ਦਇਆ ਕੌਰ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ 3 ਬੇਟੇ ਜਨਮ ਲੈਂਦੇ ਆ, ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਦੇਵ ਜੀ, ਗੁਰੂ ਅਰਜੁਨ ਦੇਵ ਜੀ। ਪਿਰਥੀ ਚੰਦ ਵਿਰੋਧ ਕਰਦਾ ਰਿਹਾ, ਚਲੋ ਵਿਸ਼ਾਨੀ ਆਪਣਾ। ਗੱਦੀ ਧੰਨ ਗੁਰੂ ਅਰਜੁਨ ਦੇਵ ਨੂੰ 18 ਸਾਲ ਦੀ ਉਮਰ 'ਚ ਮਿਲੀ। 11 ਸਾਲ ਨਾਨਾ ਗੁਰੂ ਦੀ ਕਿਰਪਾ ਮਾਣੀ। ਗੁਰੂ ਅਰਜੁਨ ਦੇਵ 11 ਸਾਲ ਦੇ ਸਨ ਜਦੋਂ ਗੁਰੂ ਅਮਰਦਾਸ ਜੀ ਨੇ ਪਿਆਨਾ ਕੀਤਾ, ਨਾਨੇ ਦੀ ਬਖਸ਼ਿਸ਼। ਫਿਰ ਪਿਤਾ ਜੀ ਕੋਲ 7 ਸਾਲ, 18 ਸਾਲ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਇਹਨਾਂ ਦੀ ਕੁੱਖ ਚੋਂ, ਇਹਨਾਂ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ ਉਹਨਾਂ ਨੂੰ ਅਸੀਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ। ਸਨਮਾਨਯੋਗ ਮਾਤਾ ਗੰਗਾ ਜੀ ਦੀ ਕੁੱਖ ਚ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਇੱਕ ਬੇਟਾ ਵੱਡਾ ਪੈਦਾ ਹੋਇਆ ਮਾਲਵੇ ਡਰੌਲੀ ਪਿੰਡ ਵਿੱਚ। ਧੰਨ ਬਾਬਾ ਗੁਰਦਿੱਤਾ ਜੀ। ਮੈਂ ਧੰਨ ਤਾਂ ਕਿਹਾ ਵੀ ਐਵੇਂ ਅੰਦਰੋਂ ਕਿਤੇ ਸਮਝ ਨਾ ਲਿਓ, ਕਿਉਂਕਿ ਬਾਬਾ ਗੁਰਦਿੱਤਾ ਧੰਨ ਤਾਂ ਉਹ 7ਵੇਂ ਪਾਤਸ਼ਾਹ ਦੇ ਪਿਤਾ ਜੀ ਨੇ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ। ਚਲੋ ਮੈਂ ਸਟੇਜ ਤੇ ਕਹਿ ਦਿੱਤਾ ਹਾਂ, ਮੈਂ ਜੇ ਬੈਠਾ ਮੈਂ ਇਹੀ ਕਹਾਂਗਾ ਧੰਨ ਧੰਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦਾ ਜਨਮ ਡਰੌਲੀ ਹੋਇਆ। 4 ਪੁੱਤਰ ਤੇ 1 ਬੇਟੀ ਦਾ ਜਨਮ ਅੰਮ੍ਰਿਤਸਰ ਗੁਰੂ ਕੇ ਮਹਿਲ ਹੋਇਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ, ਹਾਲਾਂਕਿ ਉਹਨਾਂ ਦੇ 3 ਪੁੱਤਰ ਗੁਰਗੱਦੀ ਵੇਲੇ ਅਕਾਲ ਚਲਾਣਾ ਕਰ ਚੁੱਕੇ ਨੇ। ਬਾਬਾ ਅਟਲ ਰਾਏ ਜੀ, ਬਾਬਾ ਗੁਰਦਿੱਤਾ ਜੀ ਤੇ ਬਾਬਾ ਅਣੀ ਰਾਏ ਜੀ ਇਹ ਪਿਆਨਾ ਕਰ ਚੁੱਕੇ ਸਨ। ਬਾਬਾ ਸੂਰਜਮਲ ਦੀ ਸੰਤਾਨ ਸੀ। 2 ਪੁੱਤਰ ਨੇ ਸਾਹਮਣੇ, ਇੱਕ ਸੂਰਜਮਲ ਜੀ ਤੇ ਇੱਕ ਗੁਰੂ ਤੇਗ ਬਹਾਦਰ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਬੇਟਿਆਂ ਨੂੰ ਨਹੀਂ, ਗੁਰਗੱਦੀ ਆਪਣੇ ਪੋਤੇ ਨੂੰ ਦਿੱਤੀ, ਬਾਬੇ ਗੁਰਦਿੱਤੇ ਦੇ ਬੇਟੇ ਨੂੰ ਦਿੱਤੀ। ਗੁਰੂ ਹਰਿਰਾਏ ਸਾਹਿਬ ਗੁਰੂ ਬਣੇ। ਇਹਦਾ ਮਤਲਬ ਚਾਚੇ ਕੋਲ ਨੇ ਪਰ ਗੱਦੀ ਭਤੀਜੇ ਨੂੰ ਮਿਲ ਗਈ। ਸੂਰਜਮਲ ਤੇ ਗੁਰੂ ਤੇਗ ਬਹਾਦਰ ਗੁਰੂ ਹਰਿਰਾਏ ਸਾਹਿਬ ਦੇ ਚਾਚੇ ਲੱਗਦੇ ਨਾ ਜੀ, ਚਾਚੇ ਲੱਗੇ।
ਗੁਰੂ ਹਰਿ ਸਾਹਿਬ ਗੁਰਤਾ ਗੱਦੀ ਤੇ ਅਸੀਨ ਹੋਏ। ਵੱਡਾ ਬੇਟਾ ਰਾਮ ਰਾਏ ਸੀ, ਛੋਟੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਨ। ਬੜਾ ਸਰਲ ਜਿਹਾ ਸੀ, ਗੁਰਗੱਦੀ ਤੱਕ ਆਵਾਂਗੇ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ, ਉਸ ਦਿਨ ਮੈਂ ਆਪ ਨੂੰ ਇਹ ਵੀ ਅਰਜ਼ ਕੀਤੀ ਸੀ, ਮੈਂ ਫਿਰ ਰਿਪੀਟ ਕਰ ਦੇਣਾ ਕਿ ਬਾਦਸ਼ਾਹ ਦੇ ਸਾਹਮਣੇ ਇੱਕ ਵਿਧਾਨ ਸੀ, ਚਾਹੇ ਰਾਜਾ ਹੋਵੇ ਚਾਹੇ ਕੋਈ ਹੋਵੇ, ਉਹਨੂੰ ਦੱਸਣਾ ਪੈਂਦਾ ਸੀ ਕਿ ਮੇਰੇ ਤੋਂ ਬਾਅਦ ਗੱਦੀ ਤੇ ਕੌਣ ਬੈਠੇਗਾ। ਰਾਜੇ ਬਕਾਇਦਾ ਲਿਖਾਉਂਦੇ ਸਨ, ਪਟਰਾਣੀ ਦੀ ਕੁੱਖ ਤੋਂ ਪੈਦਾ ਹੋਇਆ ਹੈ, ਮੇਰੇ ਰਾਜ ਦਾ, ਮੇਰੇ ਰਜਵਾੜੇ ਦਾ ਮਾਲਕ ਇਹ ਕੁੰਵਰ ਹੋਵੇਗਾ, ਇਹ ਬੇਟਾ ਹੋਵੇਗਾ। ਸਤਿਗੁਰੂ ਦੇ ਘਰ ਵਿੱਚ ਜਿਹੜੀ ਪੀਰੀ, ਮੈਂ ਉਸ ਦਿਨ ਕਿਹਾ ਪੀਰੀ ਦੇ ਅਰਥ ਹੀ ਬੜੇ ਗਹਿਰੇ ਆ। ਇੱਥੇ 3-4 ਬੰਦਿਆਂ ਨੇ ਪੂਰਾ ਜ਼ੋਰ ਲਾਇਆ ਕਿ ਹਕੂਮਤ ਦਖਲ ਦੇ ਕੇ ਸਾਨੂੰ ਗੱਦੀ ਦਿਵਾਏ, ਅਸੀਂ ਵੱਡੇ ਹਾਂ, ਹੱਕਦਾਰ ਅਸੀਂ ਹਾਂ। ਹਕੂਮਤਾਂ ਨੇ ਜ਼ੋਰ ਵੀ ਲਾਇਆ। ਕਿ ਸੁਲੀ ਨੇ ਜ਼ੋਰ ਨਹੀਂ ਲਾਇਆ ਪ੍ਰਿਥਵੀ ਲਈ? ਕਿ ਧੀਰਮਲ ਦਾ ਸਾਥ ਨਹੀਂ ਦਿੱਤਾ ਹਕੂਮਤ ਨੇ? ਕਿ ਰਾਮ ਰਾਏ ਦਾ ਸਾਥ ਨਹੀਂ ਦਿੱਤਾ ਔਰੰਗਜ਼ੇਬ ਨੇ? ਹਕੂਮਤ ਵਕਤ ਦੀ ਜ਼ੋਰ ਲਾਂਦੀ ਰਹੀ ਤੇ ਗੁਰੂ ਘਰ ਨੇ ਕਿਹਾ, ਉਹ ਬਾਦਸ਼ਾਹ, ਇਹ ਗੱਦੀਆਂ ਤੁਹਾਡੀ ਤਰ੍ਹਾਂ ਰਾਜਿਆਂ ਦੀਆਂ ਨਹੀਂ, ਇਹ ਗੱਦੀਆਂ ਜੁਗੋ ਜੁਗ ਅਟਲ ਨੇ ਤੇ ਰੱਬ ਦੇ ਹੁਕਮ ਨਾਲ ਮਿਲਦੀਆਂ ਨੇ, ਬਾਦਸ਼ਾਹ ਦੇ ਕਹਿਣ ਨਾਲ ਨਹੀਂ ਮਿਲਦੀਆਂ ਹੁੰਦੀਆਂ। ਇਸ ਕਰਕੇ ਕਿਸੇ ਦੇ ਦਖਲ ਕਰਕੇ ਗੱਦੀ। ਬਾਬਾ ਰਾਮ ਰਾਏ ਜੀ ਦਿੱਲੀ ਗਏ। ਚਲੋ ਆਪ ਸਭ ਨੂੰ ਪਤਾ ਹੈ ਵੀ ਉਹਨਾਂ ਨੇ ਕਰਾਮਾਤਾਂ ਦਿਖਾਈਆਂ, ਮਨ ਜਿਹੜਾ ਉਹ ਦੂਜੇ ਪਾਸੇ ਚਲਾ ਗਿਆ। ਪ੍ਰਭਤਾ ਬੜੀ, ਇਹ ਵੀ ਖੇਡ ਹੈ ਗੁਰੂ ਦੀ, ਇਹ ਵੀ ਉਹਦੀਆਂ ਮੈਂ ਕੌਤਕ ਸ਼ਬਦ ਵਰਤਾਂ, ਪਰ ਸ਼ਬਦ ਉਹਨਾਂ ਨੇ ਮੁਸਲਮਾਨ ਦੀ ਥਾਂ ਬੇਈਮਾਨ ਕਿਹਾ ਅਸੀਂ ਜਾਣਦੇ ਹਾਂ। ਸਤਿਗੁਰੂ ਨੇ ਕਿਹਾ ਸਾਡੇ ਘਰ 'ਚ ਥਾਂ ਨਹੀਂ, ਪੁੱਤਰ ਨੂੰ ਨਹੀਂ ਵੜਨ ਦਿੱਤਾ। ਗੁਰੂ ਹਰਿਕ੍ਰਿਸ਼ਨ ਹਰਿ ਸਾਹਿਬ ਤਕਰੀਬਨ 31 ਸਾਲ ਦੇ ਸਨ ਜੀ। ਸਤਿਗੁਰਾਂ ਨੇ ਆਪਣਾ ਚੋਲਾ ਤਿਆਗਣ ਤੋਂ ਪਹਿਲਾਂ ਆਪਣੇ 5 ਸਾਲ ਦੇ ਬੇਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਅਸੀਨ ਕੀਤਾ। ਸਵੇਰੇ ਅਰਜ਼ ਕੀਤੀ ਸੀ, ਹਜ਼ੂਰ ਦਾ ਆਗਮਨ 1656 ਨੂੰ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ। 1661 ਨੂੰ ਗੁਰਤਾ ਗੱਦੀ ਤੇ ਬੈਠਦੇ ਆ। 30 ਮਾਰਚ ਤੇ 1664 ਨੂੰ ਜਿਹੜਾ ਦਿਨ ਆਪਾਂ ਮਨਾਉਂਦੇ ਪਏ ਆ, ਇਸ ਦਿਨ ਹਜ਼ੂਰ ਪਿਆਨਾ ਕਰ ਜਾਂਦੇ ਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਗੁਰਤਾ ਗੱਦੀ ਤੇ ਬੈਠੇ, ਉਮਰ ਤਾਂ ਬਿਲਕੁਲ ਛੋਟੀ, ਮੈਂ ਸਵੇਰੇ ਕਿਹਾ ਤਾਂ ਬਾਬਾ ਜ਼ੋਰਾਵਰ ਸਿੰਘ ਜੀ ਤੋਂ ਵੀ ਉਮਰ ਛੋਟੀ ਹੈ। ਉਸ ਵਕਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਿਹੜਾ ਅੱਜ ਦੇ ਦਿਨ ਕਿਹਾ, ਇਹ ਗੁਰੂ ਜੋਤ ਦੀ ਵਿਆਖਿਆ ਹੋਈ ਅੱਜ। ਮੈਂ ਵੀ ਕਹਿ ਕੇ ਚਲਾ ਜਾਗਾ ਬਾਬਾ ਬਕਾਲਾ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਮੈਂ ਇੱਕ ਦਿਨ ਬੰਗਲਾ ਸਾਹਿਬ ਕਥਾ ਕਰਦਿਆਂ ਕਿਹਾ ਸੀ ਕਿ ਕੀਰਤਪੁਰ ਸਾਹਿਬ ਤੋਂ ਲੈ ਕੇ ਗੁਰਦੇਵ ਦੇ ਚੋਲੇ ਤਿਆਗਣ ਤੱਕ ਇਸ ਮਨੁੱਖਤਾ ਦੀ ਪਤਾ ਨਹੀਂ ਫਿਰਤਰ ਕੀ ਹੈ। ਇਹ ਵਾਰ-ਵਾਰ ਹੀ ਪਰਖੀ ਗਏ, ਕਿਤੇ ਨਿਆਣਾ ਤੇ ਨਹੀਂ, ਸਾਰੀਆਂ ਥਾਵਾਂ ਤੇ ਪਰਖਿਆ। ਕੀਰਤਪੁਰ ਸਾਹਿਬ ਪਰਖਿਆ, ਪੰਜੋਖਰੇ ਪਰਖਿਆ, ਦਿੱਲੀ ਜਾ ਕੇ ਪਰਖਿਆ। ਜਿਸ ਦਿਨ ਹਜ਼ੂਰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਉਸੇ ਦਿਨ ਹੀ ਪਾਲਕੀ ਤੁਰਦੇ ਤੇ ਹਜ਼ੂਰ ਆਪਣੇ ਹੱਥ ਵਿੱਚ ਛੜੀ ਰੱਖਦੇ ਸਨ। ਮਹਾਰਾਜ ਆਪਣੇ ਹੱਥ ਵਿੱਚ ਸੋਟੀ ਰੱਖਦੇ ਸਨ ਜੀ, ਸੁਭਾਅ ਸੀ। ਉਸੇ ਦਿਨ ਹੀ ਪਾਲਕੀ ਦੇ ਅੱਗੇ ਇੱਕ ਕੋੜੀ ਬ੍ਰਾਹਮਣਾਂ ਨੇ ਚੁੱਕ ਚੁਕਾ ਕੇ ਕਹਿਣ ਲੱਗੇ, ਦੇਖਨੇ ਰਾਮ ਰਾਏ ਵੀ ਪੂਰਾ ਉਹਦਾ ਜ਼ੋਰ ਸੀ, ਏਡਾ ਵੱਡਾ ਗੁਰੂ ਨਾਨਕ ਦਾ ਘਰ, ਇੰਨੀ ਸਿੱਖੀ ਸੇਵਕੀ, ਇੰਨੇ ਭਾਵਨਾ ਵਾਲੇ। ਉਹ ਮਾਇਆ ਵੀ ਬਿਰਤੀ ਨਾਲ ਦੇਖ ਰਹੇ ਸਨ। ਉਹ ਬ੍ਰਾਹਮਣ ਰੋ ਰਿਹਾ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਪਾਲਕੀ ਦਾ ਪਰਦਾ ਪਾਸੇ ਕੀਤਾ। ਕਹਿਣ ਲੱਗੇ ਰੋਕ ਦਿਓ, ਪਾਲਕੀ ਰੋਕੀ। ਕਹਿਣ ਲੱਗੇ ਤੈਨੂੰ ਕੀ ਹੈ, ਸਿਖਾਇਆ ਵੈਸੇ ਉਹਨੂੰ? ਕਹਿੰਦਾ ਜੀ ਮੈਂ ਕੋੜੀ ਹਾਂ, ਤੁਹਾਡੇ ਘਰ ਵਿੱਚ ਮੇਰੇ ਤੋਂ ਪਹਿਲਾਂ ਵੀ 2 ਕੋੜੀ ਰਾਜੀ ਹੋਏ ਨੇ। ਸਿਖਾਇਆ ਸੀ ਕਿ ਗੁਰੂ ਨਾਨਕ ਸਾਹਿਬ ਨੇ ਨੂਰੀ ਨਾਮ ਦੇ ਕੋੜੀ ਨੂੰ ਰਾਜੀ ਕੀਤਾ ਤੇ ਗੁਰੂ ਅਮਰਦਾਸ ਨੇ ਪ੍ਰੇਮੇ ਨਾਮ ਦੇ ਕੋੜੀ ਨੂੰ ਰਾਜੀ ਕੀਤਾ। ਮੈਂ ਵੀ ਕੋੜੀ ਹਾਂ ਤੇ ਜੋਤ ਤੇ ਉਹੀ ਹੈ, ਮੈਨੂੰ ਰਾਜੀ ਕਰ ਦਿਓ। ਗੁਰੂ ਹਰਿਕ੍ਰਿਸ਼ਨ ਸਾਹਿਬ ਮੁਸਕਰਾ ਪਏ। ਕਹਿਣ ਲੱਗੇ ਠੀਕ ਹੈ ਤੂੰ ਦੁਖੀ ਹੈ, ਪਰ ਜਿੰਨਾ ਭੇਜਿਆ ਉਹਨਾਂ ਇਸ ਤਰੀਕੇ ਨਾਲ ਨਹੀਂ ਸੀ ਭੇਜਿਆ। ਹਜ਼ੂਰ ਨੇ ਆਪਣਾ ਰੁਮਾਲ ਦਿੱਤਾ। ਰੁਮਾਲ ਦੇ ਕੇ ਕਹਿਣ ਲੱਗੇ ਲੈ ਜਾ, ਇਹ ਤਨ ਦੇ ਉੱਤੇ ਲਾਹੀਂ, ਗੁਰੂ ਨਾਨਕ ਸਾਹਿਬ ਦੇ ਘਰੋਂ ਤੈਨੂੰ ਅਰੋਗਤਾ ਮਿਲੇਗੀ। ਮੈਂ ਫਿਰ ਅਰਜ਼ ਕਰਾਂ, ਕੱਲਾ ਰੁਮਾਲ ਨਾ ਵੇਖਿਓ, ਰੁਮਾਲ ਦੇਣ ਵਾਲੇ ਦੇ ਬਚਨ ਦੇਖਿਓ। ਸਤਿਗੁਰੂ ਬਚਨ ਹੈ ਸਤਿਗੁਰ। ਸੱਚ ਜੀ ਉਹ ਠੀਕ ਹੋ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ
बाकी गुरु साहबाना की तरह 1.5 पैर रात रहिंदी हजूर उठ पैंदे सन। उठ के इशनान करना, अपने अंतर ध्यान बैठना, फिर दरबार साहिब दा सी। चलो असी साखियां थोड़ियां में एक होर आपने कह देना। एक बारी संगत आई अजकल, चलो पश्चिमी पाकिस्तान वालों, पश्चिमी पंजाब वालों, उन्हां विच एक बंदा है, उहदा नाम सी जसवंत राय। ते ओहदी आदत सी जेबां कतरन दी। ਉਹਨੂੰ ਕਿਸੇ ਦੱਸਿਆ ਵੀ ਚੱਲਿਆ ਉੱਥੇ ਬੜੀ ਸੰਗਤ ਹੁੰਦੀ ਹੈ। ਉਹ ਇਸ ਬਿਰਤੀ ਨੂੰ ਆ ਗਿਆ, ਚਲੋ ਨਾਲੇ ਮੇਲਾ ਵੇਖਾਵਾਂਗੇ ਨਾਲੇ ਦੂਜਾ ਕੰਮ ਕਰ ਲਾਂਗੇ। ਉਹ ਜਦੋਂ ਆਇਆ ਗੁਰੂ ਹਰਕ੍ਰਿਸ਼ਨ ਸਾਹਿਬ ਬੈਠ ਕੇ ਉਹਨੂੰ ਦੇਖ ਲਿਆ। ਜਦੋਂ ਨੇੜੇ ਆ ਕੇ ਨਾ ਸਾਰੇ ਤਰ੍ਹਾਂ ਮੱਥਾ ਟੇਕਿਆ, ਉਹਨੇ ਮੱਥਾ ਟੇਕਿਆ, ਹਜ਼ੂਰ ਨੇ ਦੇਖ ਕੇ ਕਿਹਾ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਉੱਥੇ ਖਲੋ ਗਿਆ, ਉਹ ਰੋ ਗਿਆ। ਸੰਗਤ ਨੂੰ ਪਤਾ ਵੀ ਇਹ ਕੀ ਹੋ ਰਿਹਾ ਹੈ। भी महाराज कहते चोर की हामा भरे ना कोई, चोर किया चंगा क्यों होए। चरना ते डिग पिया। हजूर कहन लगे ना ये काम ना कर, इस नाल जिंदगी व्यर्थ चली जाएगी। चरण पकड़ के कहंदा अज तो बाद कदी नहीं करांगा, वो दात दे दिओ जिहड़ी सिखां दी झोली विच पाई है। उसने बहुत प्रचार किया। काबल की धरती ते जसवंत राय ने सिखी दृढ़ कराई। गुरु हरकृष्ण साहब महाराज रोज दरबार सजदा सी, कीर्तन होना, संगतां ने आउणा। फिर दिल्ली जदों जांदे आ, मैं तां बेनती कीती, बंदे दा सुभाअ है दुख आवे सुख आवे कदी ये नहीं कहना गुरु ते परचा नहीं पाना। पर सीधी जी गल जी, चंगे आ मंदे आ तू कृपा करके अपने जान के रखेगा ना। उत्थे शक कीता। फिर गुरुदेव जदों पंजोखरे गए, उत्थे लाल चंद पंडित आ गया। उन्हें कहा नाम हरकृष्ण है ते गीता कृष्ण जी दे अर्थ कर दोगे। सिखां च क्या महाराज ने कहा उन्होंने बुला लो। आ गया। हजूर कहने अर्थ तां कर देंगे, पर तू साडे ते यकीन नहीं करना, तू होर पासे तुरेगा। कहने लगे पिंड च कोई बंदा लाया। फिर वो भाई छज्जू नूं लैके आया। चलो छज्जू झूठ कहने। अज दे साइंटिफिक इतिहासकार, साइंस दे थल्ले लिखण वाले इतिहास वो नहीं मानते। ते ये साखी उन्हां लई मैं कह भी नहीं रहा, मैं उन्हां लई कह रहा जिहड़े गुर परमेश्वर जान के मत्था टेकदे। क्योंकि फिर बंदा समझ जाता ना। वो आ गया। गुरु हरकृष्ण साहब ने उहदे सीस ते छड़ी रखी। वो बोल गया। उन्हें गीता दे श्लोक बोले, लाल चंद दे अर्थ कीते। इतिहास कहंदा है लाल चंद ने अपना जनेऊ ला के गुरु हरकृष्ण दे चरनां विच रख दिता। कहंदा मैनूं सिੱਖੀ दी दात बख्शो। मैं आपनूं बेनती करां, एक बार मैं कहा सी गुरु दी बख्शिश करन दे अनेकां तरीके ने। 18वीं अष्टपदी का आ जिहड़ा पदा है ना, ये सारे वक्रे तरीके ने। ये पदा सफल दर्शन पेखत पुनीत, परसत चरणगत निर्मल रीत, भेटत संग राम गुण रवै, पार ब्रह्म की दरगह गवै, सुनकर वचन करण आगाने, मन संतोख आत्म ततियाने, पूरा गुर अखयो जां का मंत्र। अगे जी अमृत दृष्टि पेखा हुए संत गुरु हरकृष्ण साहब अमृत दृष्टि करते हुंदे सन। उन्हां दी दृष्टि विच अमृत सी। हजूर पंजोखरे तो गए आ, दिल्ली पहुंचदे राजा जय सिंह दे बंगले च जांदे आ। ते मैं ये भी बंगला साहब कहा सी कि तकरीबन जिहड़े राजे नेड़े नेड़े दे सन नी, उन्हां दे दिल्ली विच बंगले हुंदे सन। राजवाड़े वक्रे हुंदे सन, जगीरां वक्रियां होणियां। दिल्ली च जिवें मान लो कोठियां बंगले बहुत सन, पर कोई बंगला साहब ना बन सकिया। सिर्फ इको राजे जय सिंह दा बंगला सदारी बंगला साहब बन गया, जिथे बाला प्रीतम ने अपने चरण पा दिते। गुरु हरकृष्ण साहब गए, जिन्हें बुलाया राजा जय सिंह ने बेनती की। जिन्हें बुलाया ओदी पटरानी शक कर बैठी भी न्याणा गुरु है। मैं तां ही कहा भी रब मेहर करे किसी दे अंदर शक ना पैदा हो जाए। गुरमुखो अख सूरज नूं देख दी, चंद्रमा नूं देख दी, एक निक्का जिहा रेत दा कण पै जाए सब कुछ अलोप हो जाता है।
शक दा कण जिहदी सुरत भी चला जाए उन्होंने फिर गुरु गुरु नानक नहीं दिसदा। वो खिंड जा दिसना कितने, क्योंकि शक दा जरा पै गया, कण पै गया। बंसरी उंज तां सुराख ने जन्म देंदी संगीत नूं राग नूं, पर किते बंसरी त्रेड़ी जाए ते राग दी मौत हो जाती। रब मेहर करे दुख सुख आ जाए पर गुरु प्रति शक ना कदी पैदा होवे। उथे पटरानी ने कपड़े दूजे पा ले गोलियां वाले, ते गोलियां नूं राणियां वाले मारे चले गए। एक एक दे सिर ते आ भी राणी नहीं, आ भी राणी नहीं। पटरानी दी गोद विच बैठ गए। कह लगे पूर्वले कर्मा करके मिलिया राज भाग, तेनू शौक हुंदा गोली बंदा। मेरी परीक्षा लै ली, जे असां तुहाडी लै ली फिर परीक्षा। बस रो पे चरण फड़ लै महाराज ने। उथे गुरु साहब ने कहा राजन, जिवें उच्चे टिब्बे मींह पैण दे बावजूद भी सुੱਕੇ रह जांदे आ, ਜਿਹੜੇ ਬੰਦੇ ਧਰਮ ਗ੍ਰੰਥ ਪੜਨ ਬਾਣੀ ਦੀਆਂ ਗੱਲਾਂ ਕਰਨ, ਜੇ ਗੁਰੂ ਪ੍ਰਤੀ ਸ਼ੱਕ ਦਾ ਟਿੱਬਾ ਬਣਾ ਲਣ ਸਾਰੀ ਜ਼ਿੰਦਗੀ ਲਾ ਕੇ ਵੀ ਖਾਲੀ ਦੇ ਖਾਲੀ ਰਹਿ ਜਾਂਦੇ ਆ। ਨਿਸ਼ਚਲ ਨਿਸ਼ਚਾ ਚਿਤ ਜਿਨਕੇ, ਜਿਨ੍ਹਾਂ ਦੇ ਅੰਦਰ ਨਿਸ਼ਚਲ ਨਿਸ਼ਚਾ ਹੈ, ਨਿਸ਼ਚਲ ਨਿਸ਼ਚਾ ਦ੍ਰਿੜ ਚਿਤ ਜਿਨਕੇ, ਗੁਰੂ ਨਾਨਕ ਸੁਖਦਾਇਕ ਤਿਨਕੇ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ ਜਿਨ੍ਹਾਂ ਅੰਦਰ ਦ੍ਰਿੜ ਨਿਸ਼ਚਾ ਹੈ ਉਹਨਾਂ ਦੀ ਸਹਾਇਤਾ ਗੁਰੂ ਨਾਨਕ ਸਾਹਿਬ ਕਰਦੇ ਨੇ। ਤਾਂ ਹੀ ਗੁਰਸਿੱਖੋ ਸਾਨੂੰ ਅਰਦਾਸ ਰੋਜ਼ ਕਹਿੰਦੀ ਵਸਾ ਦਾਨ ਭਰੋਸਾ ਦਾਨ। ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਟਿਕੇ। ਬਾਅਦ ਰਾਜਾ ਕੋਈ ਸੀ ਦਿੱਲੀ ਦੀਆਂ ਸੰਗਤਾਂ ਰਾਮ ਰਾਏ ਨੇ ਪੂਰਾ ਜ਼ੋਰ ਲਾਇਆ। ਅਖੀਰ ਤੇ ਸਾਡਾ ਇਤਿਹਾਸ ਕਹਿੰਦਾ ਹੈ ਔਰੰਗਜ਼ੇਬ ਮਿਲਣਾ ਚਾਹੁੰਦਾ ਹੈ, ਹਜ਼ੂਰ ਨਹੀਂ ਮਿਲੇ। ਕੁਛ ਵਿਦਵਾਨਾਂ ਨੇ ਕਿਹਾ ਮਿਲੇ, ਭੱਟਾਂ ਦੇ ਹਵਾਲੇ ਦਿੱਤੇ ਉਹਨਾਂ ਨੇ, ਜੋ ਅਸੀਂ ਪੜ੍ਹਦੇ ਨੇ ਨਹੀਂ ਮਿਲੇ। ਉਹ ਆਇਆ ਕਹਿੰਦਾ ਵੀ ਘੱਟੋ ਘੱਟ ਮੇਰੇ ਸੰਬੰਧੀ ਕੁਝ ਬੋਲ ਤਾਂ ਕਹਿ ਦੇਣ। ਸਾਡਾ ਇਤਿਹਾਸ ਕਹਿੰਦਾ ਹਜ਼ੂਰ ਨੇ ਕਿਹਾ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਫਾਰਸੀ ਵਿੱਚ ਉਲੱਥਾ ਕਰਕੇ ਦੇ ਦਿਓ। ਇਹ ਪੁੱਛਣਾ ਚਾਹੁੰਦਾ ਕਿ ਇਹਨੂੰ ਫਾਰਸੀ ਵਿੱਚ ਸਮਝਾ ਦਿਓ, ਉਲੱਥਾ ਕਰ ਦਿਓ। ਉਹ ਸ਼ਲੋਕ ਸੀ ਕਿਆ ਖਾਦਾ ਕਿਆ ਪੈਦਾ ਹੋਏ, ਜਾਮਨ ਨਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, क्या मैदा क्या मांस, क्या कपड़ क्या सेज सुखाली। महाराज कहने की फायदा खान दा, की फायदा पहनण दा, की फायदा घ्यो दा, की फायदा मेवे दा। महली आवे वास, क्या लश्कर क्या नेब खवासी, महली आवे वास। इस अखीर ते नानक सच्चे नाम बिन सबो टोल विनाश। जे नाम नहीं था हजूर गुरु हरकृष्ण साहब दे वेले फिर बीमारी फैल गई जिवें अज है। अज भी बहुत संगत जाती बंगला साहब। उंज गुरमुखो गुरु हरकृष्ण साहब जी बारे ना गुरु गोबिंद सिंह जी ने जिहड़े बचन कहे ना, उस विच उन्होंने अपने पिता सतगुरु लई ते गुरु हरकृष्ण साहब दोनों लई एक एक तुक दिती पूरी। एक तुक गुरु नानक साहब लईए, बाकी गुरु साहबाना दे एक एक तुक च तिन्ना तिन्ना दे भी नाम ने। प्रीतम भगवती सिमर के गुरु नानक लई ध्याए, एक तुक हो गई ना पूरी, एक एक वचन हो गया। एक गुरु साहब लई गुरु नानक लई ध्याना। फिर अंगद गुर ते अमरदास रामदास हुई सहाय। तुक एक पातशाहियां तिन्ना दा नाम है सहायता लई। अर्जन हर गोबिंद नूं सिमरों श्री राय। तुक एक ते पातशाहियां तिन्ना दा नाम है। पहला ध्याए, फिर सहाय, फिर सिमरों। हुण 8वां गुरुदेव आ गया। उत्थे गुरुदेव ने लिखा श्री हरकृष्ण ध्याईए। ध्याओ गुरु हरकृष्ण साहिब जी। जिस डिठे सब दुख जाए उन्हां नूं ध्याओ, उन्हां दे दर्शन कीतियां सारे दुखां दा खात्मा हो जांदा है। क्योंकि गुरु हरकृष्ण साहिब दी अमृत दृष्टि जिन्हां नूं ओह देखदे आ ते जिहड़े गुरु हरकृष्ण साहिब नूं देखदे आ उन्हां दे दो कट्टे जांदे। थोड़ा जा मैं एक होर अर्ज कर देंगा। गुरु ग्रंथ साहिब च डिठन का कंसैप्ट बड़ा डूंगा है। हुण साडे वर्गे तां फिर इक्को ही तुक लै डिठे मुक्त ना होवी जिच्चर शब्द ना करे विचार। इस संबंधी भी किस दिन बेनती करांगा। पर गुरु ग्रंथ साहिब च भावना नाल गुरु नूं देखण नाल भी
ਸੱਚੀ ਇਹ ਬੰਦੇ ਦੇ ਅੰਦਰ ਰਸ ਭਰਦਾ ਹੈ। ਇੱਕ ਦਿਨ ਇੱਕ ਮੌਲਵੀ ਸਾਹਿਬ ਇਹ ਬੋਲ ਰਹੇ ਸਨ ਤੇ ਇਹ ਗੱਲ ਮੈਨੂੰ ਚੰਗੀ ਲੱਗੀ ਉਹਨਾਂ ਦੀ। ਹੋਰ ਮੈਂ ਇਹ ਨਹੀਂ ਕਿ ਕੱਲੀ ਸਲਾਮ ਦੀ, ਉਹ ਕਹਿੰਦੇ ਇੱਕ ਅਨਪੜ੍ਹ ਬਾਬਾ ਕੁਰਾਨ ਖੋਲ ਕੇ ਬੈਠਾ ਸੀ, ਅਰਬੀ ਆਉਂਦੀ ਕੋਈ ਨਹੀਂ, ਤੇ ਇੱਕ ਇੱਕ ਸਤਰ ਉੱਤੇ ਉਂਗਲ ਰੱਖ ਕੇ ਕਹਿੰਦਾ ਸੀ ਆ ਵੀ ਸੱਚ ਹੈ, ਆ ਵੀ ਸੱਚ ਹੈ, ਆ ਵੀ ਸੱਚ ਹੈ। ਕਿਸੇ ਪੁੱਛਿਆ ਵੀ ਤੈਨੂੰ ਤਾਂ ਅਰਬੀ ਆਉਂਦੀ ਨਹੀਂ, ਕੁਰਾਨ ਖੋਲ ਕੇ ਬੈਠਾ, ਕਹਿੰਦਾ ਅਰਬੀ ਤਾਂ ਕੋਈ ਨਹੀਂ ਆਉਂਦੀ, ਪਰ ਇੰਨੀ ਤਾਂ ਰੱਬ ਨੇ ਸੋਝੀ ਦਿੱਤੀ ਜੋ ਮੇਰੇ ਪੈਗੰਬਰ ਨੇ ਕਿਹਾ ਉਹ ਅੱਖਰ ਅੱਖਰ ਸੱਚ ਹੈ। ਕਹਿੰਦਾ ਇਹ ਵੀ ਸੱਚ, ਇਹ ਵੀ ਸੱਚ, ਇਹ ਵੀ ਸੱਚ ਹੈ। ਗੁਰੂ ਅਰਜੁਨ ਦੇਵ ਕਹਿੰਦੇ ਆ ਗੁਰੂ ਨਾਨਕ ਸਾਹਿਬ ਨੂੰ ਵੇਖਣ ਨਾਲ ਗਰਭ ਜੋਨ ਮੁੱਕ ਜਾਂਦੀ ਹੈ। ਗੁਰੂ ਕੇ ਰਬਾਬੀ ਕਹਿੰਦੇ ਆ ਕਿ ਗੁਰੂ ਅੰਗਦ ਦੇਵ ਨੂੰ ਡਿੱਠਣ ਨਾਲ ਵੇਖਣ ਨਾਲ ਜਨਮ ਮਰਨ ਕੱਟਿਆ ਜਾਂਦਾ ਹੈ। ਭੱਟ ਕਹਿੰਦੇ ਆ ਗੁਰੂ ਅਮਰਦਾਸ ਨੂੰ ਡਿੱਠਿਆਂ ਸਾਰੇ ਪਦਾਰਥ ਮਿਲਦੇ ਆ। ਤੇ ਭਾਈ ਸੱਤਾ ਜੀ ਕਹਿੰਦਾ ਸਿੱਖੋ ਗੁਰੂ ਰਾਮਦਾਸ ਦੇ ਦਰਸ਼ਨ ਕੀਤਿਆਂ ਮਨ ਟਿਕ ਜਾਂਦਾ ਹੈ। ਡਿੱਠਾ ਸ਼ਬਦ ਹੀ ਵਰਤਿਆ। ਇੱਕ ਬਚਨ ਹੈ ਹਜ਼ੂਰ ਦਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਡਿੱਠੇ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਆ ਗੁਰੂ ਅੰਗਦ ਸਾਹਿਬ ਲਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟਿਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਡਿੱਠੇ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਇੱਕ ਤੁਕ ਮੈਂ ਸਾਰਾ ਸੋਈਆ ਨਹੀਂ ਪੜਾਂਗਾ ਟਾਈਮ ਦੇ ਲਿਹਾਜ਼ ਨਾਲ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ। ਇਹ ਜੋਤ ਤਾਂ ਹੋਈ ਹੈ ਨਾ। ਗੁਰ ਡਿੱਠਾ ਤਾਂ ਮਨ ਸਧਾਰਿਆ। ਜਦੋਂ ਗੁਰੂ ਰਾਮਦਾਸ ਨੂੰ ਦੇਖਿਆ ਤੇ ਮਨ ਹੈ ਆਧਾਰ ਸਹਿਤ ਹੋ ਗਿਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉੱਥੇ ਗਏ, ਉਪਦੇਸ਼ ਦਿੱਤਾ ਸੰਗਤ ਨੂੰ। ਪਿਆਰਿਓ ਉੱਥੇ ਫਿਰ ਸੰਗਤ ਜਿਹੜੀ ਸੀ ਇਹਨਾਂ ਦੇ ਦਰਸ਼ਨ ਕਰਕੇ ਦੋ ਕੱਟੇ ਜਾਣ ਲੱਗ ਪਏ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਰੋਗੀਆਂ ਦੀਆਂ ਮੰਜੀਆਂ ਜ਼ਮੀਨਾਂ ਤੇ ਇਸ ਤਰ੍ਹਾਂ ਸੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਲੱਗਦੇ ਸਨ, ਅੰਮ੍ਰਿਤ ਦ੍ਰਿਸ਼ਟੀ ਹੁੰਦੀ ਸੀ। ਸਮਾਇਆ ਹਜ਼ੂਰ ਨੇ ਆਪਣੀ ਸਰੀਰ ਨੂੰ ਸੰਕੋਚਣ ਲੱਗੇ। ਇਹ ਵੀ ਇੱਕ ਬੜੀ, ਇਹਨੂੰ ਹੋਰ ਤਰੀਕੇ ਨਾਲ ਲੈਣਾ ਵੀ ਕਿ ਸੁਸਾਈਡ ਵਾਲੇ ਪਾਸੇ ਕੋਈ ਜੋ ਹੈ ਤਾਂ ਖੇਡ ਉਹਨਾਂ ਦੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਤਨ ਨੂੰ ਤਾਪ ਹੋਇਆ ਹੈ। ਮੈਂ ਫਿਰ ਬੇਨਤੀ ਕਰਾਂ, ਕਈ ਕਹਿਣਗੇ ਫਿਰ ਉਹਨਾਂ ਨੂੰ ਕਿਉਂ ਗਿਆ। ਮੈਂ ਕਹਿੰਦਾ ਮੇਰਾ ਗੁਰੂ ਦੁੱਖ ਆਉਂਦਾ, ਪੁੱਤਰ ਜਾਂਦੇ ਨੇ, ਜੋ ਕੁਝ ਘਰ 'ਚ ਵਾਪਰਦਾ ਉਹ ਸਾਨੂੰ ਦੱਸਦਾ ਪਿਆ ਰੱਬ ਦੇ ਭਾਣੇ ਨੂੰ ਕਿਵੇਂ ਮੰਨਣਾ ਹੈ। ਸਤਿਗੁਰੂ ਨੂੰ ਸੱਚੇ ਪਾਤਸ਼ਾਹ 4 ਦਿਨ ਪਹਿਲਾਂ ਭੰਨ ਸ਼ੁਰੂ ਹੋਈ ਸਰੀਰ 'ਚ, ਸੰਗਤ 'ਚ ਫਿਰ ਵੀ ਆ ਕੇ ਬੈਠਦੇ ਨੇ। ਮੁੱਖ ਜਿਹੜਾ ਉਹ ਲਾਲ ਹੋਣ ਲੱਗ ਪਿਆ। ਮਾਤਾ ਜੀ ਕੋਲ ਨੇ। ਕੱਲ ਮੈਂ ਭਾਈ ਮਨੀ ਸਿੰਘ ਦਾ ਜ਼ਿਕਰ ਕੀਤਾ, ਉਹ ਵੀ ਭਾਈ ਮਨੀ ਰਾਮ ਵੀ ਉੱਥੇ ਸੀ। ਸੰਗਤ ਰੋਜ਼ ਬੈਠਦੀ ਹੈ, ਬਾਲਾ ਪ੍ਰੀਤਮ ਸੰਗਤ ਚ ਆਉਂਦੇ ਆ, ਫਿਰ ਇਕਾਂਤ ਵੀ ਚਲੇ ਜਾਂਦੇ ਆ। ਕੁਝ ਦਿਨ ਹੋਏ, ਫਿਰ ਜਦੋਂ ਤੇਜ ਹੋਇਆ, ਫਿਰ ਸੰਗਤ ਜਿਹੜੇ ਰੋਗੀ ਸਨ ਉਹ ਵਿਲਕਣ ਲੱਗੇ। ਸਤਿਗੁਰਾਂ ਨੇ ਕਿਹਾ ਸਾਡੇ ਚਰਨਾਂ ਦਾ ਜਲ ਚਬੱਚੇ ਚ ਪਾ ਦਿਓ, ਇਹਨੂੰ ਸ਼ਕਲ ਨਾਲ ਅਰੋਗਤਾ ਮਿਲੇਗੀ। ਅੱਜ ਵੀ ਬੰਗਲਾ ਸਾਹਿਬ ਹੈ ਜੀ, ਤੁਸੀਂ ਜਾਣਦੇ ਹੋ। ਮੈਂ ਇਹ ਵੀ ਸ਼ਬਦ ਉਹਨਾਂ ਲਈ ਕਹਿ ਰਿਹਾ ਜਿਹੜੇ ਗੁਰੂ ਨੂੰ ਪਰਮੇਸ਼ਰ ਰੂਪ ਮੰਨਦੇ ਆ। ਸਤਿਗੁਰੂ ਜਿਹੜਾ ਆਹ ਦਿਨ ਆਇਆ, ਰਾਤ ਕਹਿ ਦਿੱਤਾ, ਬੋਲੇ ਥੋੜਾ ਜਿਹਾ। ਮਾਤਾ ਜੀ ਕੋਲ ਸਨ ਕ੍ਰਿਸ਼ਨ ਕੌਰ, ਕਹਿਣ ਲੱਗੀ ਸੀ ਚੋਲਾ ਛੱਡ ਦੇਣਾ ਹੈ ਸਵੇਰੇ। ਕੂਕੀ ਸੀ, ਬੋਲੇ ਘੱਟ। ਸਿੱਖ ਸੰਗਤ ਆ ਗਈ। ਮਹਾਰਾਜ ਜੀ ਬਹੁਤ ਘੱਟ ਮਿਲੇ। ਮਾਤਾ ਜੀ ਨੇ ਸਿਰ ਕੁਝ ਬਚਨ ਕੀਤੇ ਸਤਿਗੁਰਾਂ ਨੂੰ ਕਿ ਅਜੇ ਆਰਬਲਾ ਕੀ ਹੈ, ਆਪੇ ਕੀ ਖੇਡ ਵਰਤਾਨ ਲੱਗੇ ਹੋ। ਕਹਿਣ ਲੱਗੇ ਮਾਤਾ ਜੀ ਇਹ ਪਰਮੇਸ਼ਵਰ ਦੇ ਘਰ ਦਾ ਸਮਾਂ ਹੀ ਇਤਨਾ ਹੈ। ਸੰਗਤ ਫਿਰ ਅਗਲੀ ਗੱਲ ਮਾਤਾ ਜੀ ਕਹਿੰਦੇ ਨੇ, ਇਹ ਸੰਗਤ ਨੂੰ ਕਿਸ ਦੇ ਲੜ ਲਾਓਗੇ। ਹਰ ਗੁਰੂ ਸਾਹਿਬਾਨ ਚੋਲਾ ਬਾਅਦ ਤਿਆਗਦੇ ਨੇ, ਪਹਿਲਾਂ ਉਹ ਦੱਸ ਕੇ ਜਾਂਦੇ ਮੇਰੀ ਜਗ੍ਹਾ ਤੇ ਇਹ ਹੈ। ਕਮਾਲ ਕਰ ਦਿੱਤੀ। ਸੱਕਾ ਭਰਾ ਦਿੱਲੀ ਦੇ ਵਿੱਚ ਹੈ, ਔਰੰਗਜ਼ੇਬ ਨਾਲ ਉਹਦਾ ਸੰਬੰਧ ਹੈ। ਜਦੋਂ ਨੇਤਰ ਖੁੱਲੇ, ਸੰਗਤ ਨੂੰ ਕਹਿੰਦੇ ਨੇ ਸਮਗਰੀ ਲਿਆਓ। 5 ਪੈਸੇ ਨਾਰੀਅਲ,
सुनहरी रंग का थाल लियांदा, सतगुरु दे कोल कीता, मंजे ते लेटिया ने 3 वारी उत्ते खत नाल परिक्रमा कीती ते नाल शब्द क्या, बाबा बसे ग्राम बकाले। ये नहीं क्या भराता दिल्ली रहिंदा है, आह है बख्शिश गुरु नानक साहब दे घर दी जोत दी। हालांकि बाबा जिहड़ा किनवीं पीढ़ी पै गई, गुरु हरकृष्ण साहब दे पिता गुरु हर राय साहब दी, गुरु हर राय साहब दे पिता बाबा गुरदित्ता जी ते बाबे गुरदित्ते दा भरा गुरु तेग बहादुर। ये कवियां लिखा, पर महाराज ने इन्नी शब्द कह, बाबा बकाला 3 वारी क्या, बाबा बकाला। साडे इतिहासकारां ने कविता च लिखा, बाबा बसे ग्राम बकाले, बन गुर संगत सकल संभाले, सतगुरु नाम दस जाओ। कहन लगे सूरज की तरह चमकेगा, चंद्रमा की तरह ठंडा होवेगा, धरती की तरह धीरज वाला होवेगा जी, दसो सानू। कहन लगे उन्होंने कोई नहीं लुका सकेगा, इन्ना प्रगट होवेगा सारा संसार उन्होंने चुकेगा। वो मेरा बाबा है बकाले च रहिंदा। इन्ना शब्द कहा ते महाराज सचखंड बयाना कर गए। दिल्ली की संगत इकट्ठी हुई, दिल्ली की संगत इकट्ठी हुई, बहुत बड़ा इकट्ठ होया। सतगुरु का इशनान करा, इथों फिर हजूर नूं भोगल जिथे गुरुद्वारा बाला साहब है, इत्थे फिर गुरु हरकृष्ण साहब का संस्कार किया। गुरु हरकृष्ण साहब सच्चा पातशाह, उन्हां दे बारे भाई गुरदास जुजे ने कहा, श्री हरकृष्ण पए अष्टम बलबीरा, जिन पहुंच दहेली तजियो शरीरा, बाण रूप तरस्वांग रचायो। कहने बाण रूप चा खेड़ सारी वरता दी, तब सहजे तन छोर सिधायो। इन मुगलन से परी शारा, मुगलों के सिर ते मिट्टी पैदा, मतलब कोई कारण होगा। कहने लगे वे खुद पत सो पहुंचे दरबार। इधर गुरु हरकृष्ण साहब जी बयाना कर गए, गुरु तेग बहादुर साहब जी बचन कर गए, भावें रस्म बाद विच हुंदी है, महीने बाद महीनों बाद हुंदी है, पर जोत तो उदों ही भोरो वाले को चली गई जदों बचन कह दिता कि बाबा बसे ग्राम बकाले। मैं आपनूं विनती करांगा, ऐसे गुरु हरकृष्ण साहब बारे कवि संतोख सिंह अर्थ करते हैं, 5 मिनट लेने। हजूर ने बारे क्या, कवि जी कहते दर्शन श्री हरकृष्ण के नपुन हरन जुरतीन, ब्रज भाषा। दर्शन श्री हरकृष्ण के नपुन हरन जुरतीन, चरण मनोहर बंदना जिन सिखन सुख दीन। ये लफ्जी अर्थ ने, दर्शन श्री हरकृष्ण के, गुरु हरकृष्ण साहब दे दर्शन करो, नपुन हरन जुरतीन, 3 जोर 3 ताप, आद ब्याद उपाद नू कट्टन वाला दर्शन गुरु हरकृष्ण साहब दा। चरण मनोहर बंदना, मन नू मोहन वाले जेड़े उन्हां दे चरण ने, मेरी उन्हां दे चरनां विच अज मत्था मैं टेकना। आपां समझो अज यही कहिए, दर्शन श्री हरकृष्ण के नपुन हरन जुरतीन, चरण मनोहर बंदना जिन सिखन सुख दीन, जिन्हें सुखां नू सिखां नू सुख दिता।